ਹੈਲੋ एवरीवन, ਅੱਜ ਅਸੀਂ ਡਿਸਕਸ ਕਰਾਂਗੇ ਗ੍ਰਾਮਰ ਦਾ ਬਹੁਤ ਹੀ ਇੰਪੋਰਟੈਂਟ ਪਾਰਟ, ਦ ਮੋਸਟ ਇੰਪੋਰਟੈਂਟ ਪਾਰਟ ਵਰਬ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਿਰਿਆ ਵੀ ਕਹਿ ਦਿੰਦੇ ਆ। ਵਰਬ ਹੈ ਜਿਹੜਾ ਗ੍ਰਾਮਰ ਦਾ ਬਹੁਤ ਇੰਪੋਰਟੈਂਟ ਪਾਰਟ ਹੈ। ਸੈਂਟੈਂਸ ਦਾ ਵੀ ਬਹੁਤ ਇੰਪੋਰਟੈਂਟ ਪਾਰਟ ਹੈ। ਕੋਈ ਵੀ ਜਿਹੜਾ ਸੈਂਟੈਂਸ ਹੈ ਕੰਪਲੀਟ ਜਾਂ ਮੀਨਿੰਗਫੁਲ ਨਹੀਂ ਹੋ ਸਕਦਾ ਜਦੋਂ ਤੱਕ ਉਹਦੇ ਵਿੱਚ ਵਰਬ ਨਹੀਂ ਹੈਗੀ। ਵਰਬ ਤੋਂ ਬਿਨਾਂ ਕੋਈ ਵੀ ਸੈਂਟੈਂਸ ਨਹੀਂ ਹੋ ਸਕਦਾ। ਸੋ ਵਰਬ ਜਿਹੜੀ ਬਹੁਤ ਇੰਪੋਰਟੈਂਟ ਪਾਰਟ ਹੈ ਗ੍ਰਾਮਰ ਦਾ। ਜੇ ਤੁਹਾਨੂੰ ਵਰਬ ਵਾਲਾ ਕਨਸੈਪਟ, ਸਾਰੇ ਕਨਸੈਪਟ ਜਿਹੜੇ ਹੈਗੇ ਹੈ ਅੱਛੀ ਤਰ੍ਹਾਂ ਸਮਝ ਆ ਗਏ ਤਾਂ ਸਮਝੋ ਜਿਹੜੀ ਅੱਧੀ ਤੋਂ ਜ਼ਿਆਦਾ ਗ੍ਰਾਮਰ ਤੁਹਾਨੂੰ ਆ ਗਈ। ਸੋ ਸਭ ਤੋਂ ਪਹਿਲਾਂ ਗ੍ਰਾਮਰ ਜਦੋਂ ਅਸੀਂ ਛੋਟੇ ਬੱਚਿਆਂ ਨੂੰ ਸਿਖਾਉਂਦੇ ਹਾਂ ਤਾਂ ਸਿੰਪਲ ਵਰਡਸ ਵਿੱਚ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਗ੍ਰਾਮਰ ਕੀ ਹੁੰਦੀ ਹੈ, ਵਰਬ ਕੀ ਹੁੰਦਾ ਹੈ। ਵਰਬ ਇੱਕ ਐਕਸ਼ਨ ਵਰਡ ਹੁੰਦਾ ਹੈ। ਵਰਬ ਕੀ ਹੈ? ਐਕਸ਼ਨ ਵਰਡ। ਵਰਬ ਕੀ ਹੈ? ਐਕਸ਼ਨ ਵਰਡ। ਬਟ ਇਸ ਤੋਂ ਬਿਨਾਂ ਵੀ ਕੀ ਹੈ, ਵਰਬ ਦੇ ਵਿੱਚ ਕਾफ़ੀ ਚੀਜ਼ਾਂ ਆ ਜਾਂਦੀਆਂ। ਐਕਸ਼ਨ ਵਰਡ ਤਾਂ ਹੁੰਦੇ ਹੀ ਹੁੰਦੇ ਆ। ਐਕਸ਼ਨ ਵਰਡਸ ਤੋਂ ਬਿਨਾਂ ਵੀ ਵਰਬ ਦੇ ਵਿੱਚ ਕਾफ़ੀ ਚੀਜ਼ਾਂ ਡਿਸਕਸ ਕਰਨ ਵਾਲੀਆਂ ਹੈ, ਉਹ ਅਸੀਂ ਦੇਖਦੇ ਹਾਂ ਅੱਜ। ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਵਰਬ ਹੁੰਦੀ ਕੀ ਹੈ। ਸਿੰਪਲ ਵਰਡਸ ਦੇ ਵਿੱਚ ਕੀ ਹੈ, ਵਰਬ ਇਜ਼ ਅ ਪਾਰਟ ਆਫ ਸਪੀਚ। ਸਭ ਤੋਂ ਪਹਿਲਾਂ ਵਰਬ ਕੀ ਹੈ? ਪਾਰਟ ਆਫ ਸਪੀਚ ਹੈ। ਪਾਰਟਸ ਆਫ ਸਪੀਚ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਪਾਰਟਸ ਆਫ ਸਪੀਚ, ਪਾਰਟਸ ਆਫ ਸਪੀਚ ਦੇ ਵਿੱਚੋਂ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਵਰਬ, ਠੀਕ ਹੈ। ਉਸ ਤੋਂ ਬਾਅਦ ਵਰਬ ਕੀ ਹੈ? ਇਟ ਟੈਲਸ ਵਾਟ ਦ ਸਬਜੈਕਟ ਡਜ਼ ਔਰ ਇਜ਼। ਵੈਰੀ ਇੰਪੋਰਟੈਂਟ ਕਿ ਵਰਬ ਕੀ ਦੱਸਦੀ ਹੈ ਸਾਨੂੰ ਕਿ ਜਿਹੜਾ ਸਬਜੈਕਟ ਹੈ, ਸਬਜੈਕਟ ਕੀ ਹੁੰਦਾ ਹੈ? ਕਰਤਾ, ਜਿਹਨੂੰ ਪੰਜਾਬੀ 'ਚ ਅਸੀਂ ਕਹਿ ਦਿੰਦੇ ਹਾਂ। ਕਰਤਾ ਕੀ ਕਰ ਰਿਹਾ ਜਾਂ ਕੀ ਕਰਦਾ ਜਾਂ ਉਹ ਕੀ ਹੈ, ਠੀਕ ਹੈ। ਸਿੰਪਲ ਵਰਡਸ ਦੇ ਵਿੱਚ ਇਟ ਟੈਲਸ ਵਾਟ ਦ ਸਬਜੈਕਟ ਡਜ਼ ਔਰ ਇਜ਼। ਸਬਜੈਕਟ ਕੀ ਕਰ ਰਿਹਾ, ਕਰਤਾ ਕੀ ਕਰ ਰਿਹਾ ਅਤੇ ਉਹ ਕੀ ਹੈ ਜਾਂ ਉਹ ਕੀ ਹੈ, ਇਹ ਦੱਸਦੀ ਹੈ ਵਰਬ। ਹੁਣ ਸਬਜੈਕਟ ਦੇ ਵਿੱਚ ਕੀ ਹੁੰਦਾ ਹੈ? ਸਬਜੈਕਟ ਜਾਂ ਤਾਂ ਨਾਊਨ ਹੁੰਦਾ ਜਾਂ ਪ੍ਰੋਨਾਊਨ ਹੁੰਦਾ। ਨਾਊਨ ਤੁਹਾਨੂੰ ਪਤਾ ਹੀ ਹੈ, ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਨਾਊਨ ਕੀ ਹੁੰਦਾ, ਅਤੇ ਪ੍ਰੋਨਾਊਨ ਜਿਹੜਾ ਨਾਊਨ ਦੀ ਜਗ੍ਹਾ 'ਤੇ ਯੂਜ਼ ਹੁੰਦਾ ਉਸ ਵਰਡ ਨੂੰ ਅਸੀਂ ਪ੍ਰੋਨਾਊਨ ਕਹਿ ਦਿੰਦੇ ਹਾਂ। ਸੋ ਪ੍ਰੋਨਾਊਨ ਜਾਂ ਪ੍ਰੋਨਾਊਨ ਹੈ ਜਾਂ ਕੋਈ ਥਿੰਗ ਹੈ ਜਾਂ ਜਿਹਦੀ ਵੀ ਗੱਲ ਹੋ ਰਹੀ ਆ, ਉਹ ਕੀ ਕਰਦਾ ਅਤੇ ਜਾਂ ਉਹ ਕੀ ਹੈ, ਉਹਦੀ ਸਟੇਟ ਆਫ ਬੀਇੰਗ ਹੈ ਜਿਵੇਂ, ਜਾਂ ਉਹ ਕਿਵੇਂ ਐਗਜ਼ਿਸਟ ਕਰ ਰਿਹਾ, ਉਹਦੀ ਸਿਚੁਏਸ਼ਨ ਕੀ ਹੈ, ਠੀਕ ਹੈ। ਵਰਬ ਸਾਨੂੰ ਇਹ ਦੱਸਦੀ ਹੈ। ਹੋਰ ਸਿੰਪਲ ਵਰਡਸ ਵਿੱਚ ਅ ਵਰਬ ਸ਼ੋਜ਼ ਐਨ ਐਕਸ਼ਨ ਔਰ ਸਟੇਟ ਆਫ ਬੀਇੰਗ। ਇੱਕ ਵਰਬ ਸਾਨੂੰ ਦੱਸਦੀ ਹੈ ਕਿ ਜੋ ਸਬਜੈਕਟ ਹੈ ਉਹ ਕੀ ਐਕਸ਼ਨ ਕਰ ਰਿਹਾ ਹੈ, ਕੀ ਐਕਸ਼ਨ ਹੋ ਰਿਹਾ ਹੈ, ਅਤੇ ਸਟੇਟ ਆਫ ਬੀਇੰਗ। ਸਟੇਟ ਆਫ ਬੀਇੰਗ ਦੱਸਦੀ ਆ, ਉਹੀ ਸਿਚੁਏਸ਼ਨ ਦੱਸਦੀ ਹੈ, ਐਗਜ਼ਿਸਟੈਂਸ ਦੱਸਦੀ ਹੈ। ਹੁਣ ਐਕਸ਼ਨ ਇੰਪੋਰਟੈਂਟ ਵਰਡ ਹੈ। ਐਕਸ਼ਨ, ਐਕਸ਼ਨ ਮੀਨਸ ਐਕਸ਼ਨ ਕੋਈ ਵੀ ਹੋ ਸਕਦਾ ਹੈ। ਫਿਜ਼ੀਕਲ ਐਕਸ਼ਨ ਵੀ ਹੋ ਸਕਦਾ ਹੈ, ਜਿਵੇਂ ਮੈਂ ਸਪੀਕਿੰਗ ਇੱਕ ਫਿਜ਼ੀਕਲ ਐਕਸ਼ਨ ਹੈ, ਫਿਜ਼ੀਕਲ ਐਕਟੀਵਿਟੀ ਹੋ ਰਹੀ ਹੈ। ਕੋਈ ਰਾਈਟ ਕਰ ਰਹੀ ਹਾਂ ਮੈਂ ਤਾਂ ਰਾਈਟਿੰਗ ਵੀ ਕੀ ਹੈ? ਰਾਈਟ ਵਰਡ ਵੀ ਕੀ ਹੈ? ਇੱਕ ਐਕਸ਼ਨ ਵਰਡ ਹੈ, ਵਰਬ ਹੈ। ਕੋਈ ਫਿਜ਼ੀਕਲ ਐਕਟੀਵਿਟੀ ਹੋ ਰਹੀ ਹੈ ਜਦੋਂ ਇਹਨੂੰ ਤਾਂ ਅਸੀਂ ਫਿਜ਼ੀਕਲ ਐਕਟੀਵਿਟੀ ਜਾਂ ਫਿਜ਼ੀਕਲ ਐਕਸ਼ਨ ਕਹਿ ਦਿੰਦੇ ਹਾਂ ਜਦੋਂ ਸਾਡੀ ਬਾਡੀ ਦੀ ਕੋਈ ਮੂਵਮੈਂਟ ਹੁੰਦੀ ਹੈ, ਜਦੋਂ ਅਸੀਂ ਐਕਸ਼ਨ ਕਰ ਰਹੇ ਹਾਂ। ਇਸ ਤੋਂ ਬਿਨਾਂ ਵੀ ਐਕਸ਼ਨ ਜਿਹੜੇ ਜਿਵੇਂ ਮੈਂਟਲ ਐਕਸ਼ਨ ਹੁੰਦੇ ਆ। ਮੈਂਟਲ ਐਕਸ਼ਨ 'ਚ ਕਿਹੜੇ ਐਕਸ਼ਨਸ ਆ ਜਾਂਦੇ ਆ? ਜਿਵੇਂ ਅਸੀਂ ਥਿੰਕ ਕਰਦੇ ਹਾਂ, ਸੋਚਦੇ ਹਾਂ। ਥਿੰਕ ਵੀ ਕੀ ਹੈ? ਇੱਕ ਵਰਬ ਹੈ, ਬਟ ਉਹਦੇ ਵਿੱਚ ਕੋਈ ਫਿਜ਼ੀਕਲ ਐਕਸ਼ਨ ਨਹੀਂ ਹੋ ਰਿਹਾ। ਜਦੋਂ ਅਸੀਂ ਸੋਚ ਰਹੇ ਹਾਂ ਕੁਛ, ਉਦੋਂ ਕੋਈ ਫਿਜ਼ੀਕਲ ਐਕਸ਼ਨ ਨਹੀਂ ਕਰ ਰਹੇ, ਅਸੀਂ ਚੁੱਪਚਾਪ ਬੈਠੇ ਸੋਚ ਰਹੇ ਹੁੰਦੇ ਹਾਂ, ਦਿਮਾਗ ਚੱਲ ਰਿਹਾ ਹੁੰਦਾ ਕੁਛ। ਤਾਂ ਜਿਹੜਾ ਐਕਸ਼ਨ ਹੈ ਉਹ ਫਿਜ਼ੀਕਲੀ ਨਹੀਂ ਹੁੰਦਾ ਇਕੱਲਾ। ਵਰਬ ਜਿਹੜੀ ਹੈ ਉਹ ਫਿਜ਼ੀਕਲ ਐਕਸ਼ਨਸ ਲਈ ਨਹੀਂ ਵਰਡ ਯੂਜ਼ ਕੀਤਾ ਜਾਂਦਾ, ਮੈਂਟਲ ਐਕਸ਼ਨਸ ਲਈ ਵੀ ਜਿਹੜਾ ਵਰਡ ਯੂਜ਼ ਕੀਤਾ ਜਾਂਦਾ ਹੈ। ਸੋ ਇਹ ਤਾਂ ਅਸੀਂ ਦੇਖ ਲਿਆ ਕਿ ਵਰਬ ਕੀ ਹੁੰਦੀ ਹੈ, ਠੀਕ ਹੈ। ਇਸ ਤੋਂ ਬਾਅਦ ਅਸੀਂ ਡਿਸਕਸ ਕਰ ਰਹੇ ਹਾਂ ਕਿ ਵਰਬ ਦੀਆਂ ਟਾਈਪਸ ਕਿਹੜੀਆਂ। ਵਰਬ ਨੂੰ ਕਈ ਤਰੀਕਿਆਂ ਨਾਲ ਮਤਲਬ ਉਹਦੀਆਂ ਟਾਈਪਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਜਿਵੇਂ ਸਭ ਤੋਂ ਪਹਿਲਾਂ ਵਰਬ, ਮੇਨ ਵਰਬ ਅਤੇ ਹੈਲਪਿੰਗ ਵਰਬ। ਮੇਨ ਵਰਬ ਅਤੇ ਹੈਲਪਿੰਗ ਵਰਬ। ਮੇਨ ਵਰਬ ਕਿਹੜੀ ਹੁੰਦੀ ਹੈ, ਹੈਲਪਿੰਗ ਵਰਬ ਕਿਹੜੀ ਹੁੰਦੀ ਹੈ, ਆਪਾਂ ਬਾਅਦ 'ਚ ਡਿਸਕਸ ਕਰਦੇ ਹਾਂ ਡਿਟੇਲ ਵਿੱਚ। ਅਤੇ ਇਸ ਤੋਂ ਬਿਨਾਂ ਵਰਬ ਨੂੰ ਟ੍ਰਾਂਜ਼ਿਟਿਵ ਅਤੇ ਇਨਟ੍ਰਾਂਜ਼ਿਟਿਵ ਵਰਬਸ ਦੇ ਵਿੱਚ ਵੀ ਮਤਲਬ ਇਹਦੀਆਂ ਕਾਈਂਡਸ ਜਾਂ ਟਾਈਪਸ ਬਣਾਈਆਂ ਗਈਆਂ। ਵਰਬ, ਫਿਨਾਈਟ ਵਰਬ ਅਤੇ ਨੋਨ ਫਿਨਾਈਟ ਵਰਬ। ਫਿਨਾਈਟ ਅਤੇ ਨੋਨ ਫਿਨਾਈਟ ਵਿੱਚ ਤੁਸੀਂ ਮਤਲਬ ਤੁਹਾਨੂੰ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ ਅਤੇ ਆਪਾਂ ਅਲੱਗ ਤੋਂ ਇੱਕ ਸੈਸ਼ਨ ਕਰਾਂਗੇ। ਉਸ ਤੋਂ ਬਾਅਦ ਵਰਬ, ਰੈਗੂਲਰ ਵਰਬ, ਇਰਰੈਗੂਲਰ ਵਰਬਸ।
ठीक है। ये सारियां एक तरह दी टाइप्स है वर्ब दियां। अज असी मेन वर्ब, हैल्पिंग वर्ब, ट्रांजिटिव वर्ब ते इनट्रांजिटिव वर्ब बारे डिस्कस करांगे। सब तो पहला देखते हैं मेन वर्ब्स। मेन वर्ब्स किहड़ियां हुंदियां ते हैल्पिंग वर्ब्स किहड़ियां हुंदियां। जिहड़े मेन वर्ब्स है इन्हां नूं असीं लैक्सीकल वर्ब्स भी कह दिंदे आ। हुण मेन वर्ब्स पंजाबी दे विच मेन वर्ब्स जिहड़ियां हुंदियां ओह किहड़ियां हो सकदियां, जिवें पंजाबी विच उठना, बैठना, सौना, खाना, पीना, हसना, रोना, ये सारियां मेन वर्ब्स है जिन्हों असीं कह दिंदे जां लैक्सीकल वर्ब्स है। मेन वर्ब्स और लैक्सीकल वर्ब्स, इनू असीं इंग्लिश च की कहांगे? सिट, स्टैंड, ईट, ड्रिंक, स्पीक, राइट, ठीक है, वॉक, रन, ये सारियां किहड़ियां वर्ब्स है? लैक्सीकल वर्ब्स और मेन वर्ब्स, ठीक है। वो तो हो गई मेन ते लैक्सीकल वर्ब्स। इस तो बिना हैल्पिंग वर्ब्स और ऑक्सीलरी वर्ब्स। हैल्पिंग वर्ब ते ऑक्सीलरी वर्ब्स किहड़ियां हुंदियां? हुण जिवें डू है, इस तो बिना बी, हैव, ये तीन मेन जिहड़ियां ऑक्सीलरीज है, इन्हां तो अगे होर एक्सटेंड होके बन जांदियां। डू तो आपां बना लैंदे जिवें डिड या डज वगैरह। जदों असीं टेंस करांगे तो उदों होर चंगी तरह वर्ब की तुहानूं समझ आएगी कि कदों असीं डू, डिड, डज वगैरह कदों यूज़ करते हैं, ठीक है। हुण बी, बी मीनस बी जिहड़ी आपां इत्थे गल पढ़ी सी स्टेट ऑफ बीइंग, होना, कि जो सबजैक्ट या जिहड़ा सबजैक्ट है, जिहड़ा नाउन या प्रोनाउन है, वो की है, स्टेट ऑफ बीइंग की है उहदी, तो वो किहड़ियां वर्ब्स दसदियां? इज़, एम, आर, वॉज, वर, बीन, हैव, हैज़, हैव, हैड। जिहड़ियां ये वालियां ये पोजैशन दसदियां। पोजैशन इन्हां ते ऑलरेडी जिहड़ी मैं वीडियो पहला बनाई हुई है एक हैज़, हैव, हैड ते इज़, एम, आर, वॉज, वर, ते वो तुसीं देख सकते हो डिटेल विच। हुण आपां इत्थे टाइम वेस्ट नहीं करांगे कि ये कित्थे यूज़ हुंदे आ जां किस सिचुएशनस दे विच यूज़ हुंदे आ। ते इस तो बिना ਜਿਹੜੀਆਂ मॉडल वर्ब्स भी ਹੁੰਦੀਆਂ, ਜਿਹੜੇ ਸਾਡੇ मॉडल्स ਹੁੰਦੇ ਜਿਹਨੂੰ मॉडल्स ਕਹਿੰਦੇ ਅਸੀਂ, मॉडल्स कैन, कुड, मे, माइट, शैल, शुड, वुड वगैरह, डेयर, ये सारे भी की ਹੁੰਦੇ ਆ? ऑक्सीलरीज ਹੁੰਦੀਆਂ, हैल्पिंग वर्ब्स ही ਹੁੰਦੀਆਂ एक तरह ਦੀਆਂ। हाँ जी, ये भी की ਹੁੰਦੀਆਂ? हैल्पिंग वर्ब्स ही ਹੁੰਦੇ ਜਿਹੜੇ ਸਾਡੇ मॉडल्स हैगे। मॉडल्स भी एक अलग तो ग्रैमर का टॉपिक है, तो यह ऑक्सीलरीज के अंडर ही आता है, हैल्पिंग वर्ब्स के अंडर ही आता है, जोड़ा मॉडल्स वाला टॉपिक भी है, ठीक है। हुण ये सारियां साडियां की हैगियां? हैल्पिंग वर्ब्स है। हैल्पिंग वर्ब्स है, इनू पंजाबी च असीं सहायक किरिया भी कह दिंदे आ। सहायक किरिया किहड़े वर्ब्स है? ये हैल्पिंग वर्ब्स। हुण जिहड़े हैल्पिंग वर्ब्स हुंदे है ਉਹ अलग तो भी ਜਿਹੜੇ सेंटेंस विच मेन वर्ब का काम भी करते हैं। कई बारी ਆਪਾਂ बाद च एग्जाम्पल्स लैने तो ਤੁਹਾਨੂੰ सारा क्लीयर हो जाएगा कि कदों ਜਿਹੜਾ हैल्पिंग वर्ब मेन वर्ब का काम करता है तो कदों हैल्पिंग वर्ब मेन वर्ब की हैल्प कर रहा होंदा है सेंटेंस का कंप्लीट मीनिंग दस्सण दे लई। सो इस तो बाद असीं देखते हैं मेन वर्ब्स। हैल्पिंग वर्ब असीं देख लिया, जिहड़ा डू है उस तो डिड वगैरह, डज वगैरह बन जाता है, ठीक है। बी है जिहड़ा बी, ये तो इज़, एम, आर, वॉज, वर, बीन, ठीक है। बी मीनस होना, होना, स्टेट ऑफ बीइंग, होना। जिवें ही इज़ एक्टिव, ही इज़ एक्टिव, वो एक्टिव है, ठीक है। इत्थे इज़ है जिहड़ा एक तरह का मेन वर्ब के तौर पर काम कर रहा है। ही इज़ एक्टिव, वो एक्टिव है मतलब होना, होना बारे दस रहा है, स्टेट ऑफ बीइंग दस रहा है, तो इज़ की हैगा इत्थे मेन वर्ब है। तो हुण स्टेट ऑफ बीइंग वाली गल समझ आ गई ना। स्टेट ऑफ बीइंग हैज़, हैव, हैड पोजैशन लई यूज़ हुंदा, जिवें ही हैज़ अ कार, ठीक है, ही हैज़ अ डॉग, ठीक है, इस तरह। तो कैन, कुड अपना हो ही गया मॉडल्स है, ये सारे ये भी हैल्पिंग वर्ब्स ही होंगे है। कैन, कुड, मे, माइट, शैल, शुड। इस तो बाद जिहड़ा मेन वर्ब है, मेन वर्ब नूं असीं लैक्सीकल वर्ब भी कह दिंदे आ। लैक्सीकल वर्ब मेन वर्ब्स दे विच किहड़ियां वर्ब्स आ जांदियां? सिट, स्टैंड, रीड, राइट, आपां पहलां भी गल कर चुके इन्हां दी, रीड, राइट, स्पीक, सिट, स्टैंड वगैरह, ठीक है।
ਹੁਣ ਜਿਹੜੀ ਮੇਨ ਵਰਬ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ ਅੱਗੋਂ, ਜਿਵੇਂ ਟ੍ਰਾਂਜ਼ਿਟਿਵ ਵਰਬ ਤੇ ਇਨਟ੍ਰਾਂਜ਼ਿਟਿਵ ਵਰਬ। ਇਹਦੇ ਵਿੱਚ ਵੀ ਤੁਸੀਂ ਬਹੁਤ ਕਨਫਿਊਜ਼ ਹੁੰਦੇ ਹੋ ਕਿ ਟ੍ਰਾਂਜ਼ਿਟਿਵ ਵਰਬ ਕਿਹੜੀ ਹੁੰਦੀ ਹੈ ਜੀ ਤੇ ਇਨਟ੍ਰਾਂਜ਼ਿਟਿਵ ਵਰਬ ਕਿਹੜੀ ਹੁੰਦੀ ਹੈ। ਇੱਥੇ ਤਾਂ ਮੈਂ ਇੱਕ ਇੱਕ ਐਗਜ਼ਾਮਪਲ ਲਈ ਹੈ, ਇਸ ਤੋਂ ਬਾਅਦ ਡਿਸਕਸ ਕਰਕੇ ਆਪਾਂ ਇਹਦੀਆਂ ਹੋਰ ਜ਼ਿਆਦਾ ਐਗਜ਼ਾਮਪਲਸ ਲਵਾਂਗੇ ਤਾਂ ਕਿ ਤੁਹਾਨੂੰ ਬਿਲਕੁਲ ਐਂਡ ਕਲੀਅਰ ਹੋ ਜਾਏ ਕਿ ਜਿਹੜੀ ਟ੍ਰਾਂਜ਼ਿਟਿਵ ਵਰਬ ਕੀ ਹੁੰਦੀ ਹੈ, ਇਨਟ੍ਰਾਂਜ਼ਿਟਿਵ ਵਰਬ ਕੀ ਹੁੰਦੀ ਹੈ, ਹੈਲਪਿੰਗ ਵਰਬ ਕੀ ਹੁੰਦੀ ਹੈ। ਠੀਕ ਹੈ, ਇਸ ਤੋਂ ਬਾਅਦ ਦੇਖੋ ਜੀ ਟ੍ਰਾਂਜ਼ਿਟਿਵ ਵਰਬ ਸਭ ਤੋਂ ਪਹਿਲਾਂ ਕਿਹੜੀਆਂ ਹੁੰਦੀਆਂ। ਟ੍ਰਾਂਜ਼ਿਟਿਵ ਵਰਬ ਟੇਕਸ ਡਾਇਰੈਕਟ ਆਬਜੈਕਟ। ਜਦੋਂ ਟ੍ਰਾਂਜ਼ਿਟਿਵ ਵਰਬ ਨੂੰ ਅਸੀਂ ਕਿਸੇ ਸੈਂਟੈਂਸ ਵਿੱਚ ਯੂਜ਼ ਕਰ ਰਹੇ ਹਾਂ ਤਾਂ ਜਿਹੜੀ ਟ੍ਰਾਂਜ਼ਿਟਿਵ ਵਰਬ ਹੈ ਉਹਨੂੰ ਇੱਕ ਆਬਜੈਕਟ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ, ਉਹ ਸੈਂਟੈਂਸ ਵਿੱਚ ਜਿਹੜਾ ਐਕਸ਼ਨ ਹੈ ਕਿਸੇ ਆਬਜੈਕਟ 'ਤੇ ਪਾਸ ਓਵਰ ਹੁੰਦਾ। ਠੀਕ ਹੈ, ਜਿਹੜੀ ਇਹਨੂੰ ਟ੍ਰਾਂਜ਼ਿਟਿਵ ਵਰਬ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਾਂ ਅਸੀਂ, ਸਕਰਮਕ ਕਿਰਿਆ। ਸਕਰਮਕ ਕਿਰਿਆ ਜਿਹਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਟ੍ਰਾਂਜ਼ਿਟਿਵ ਵਰਬ ਨੂੰ ਸਕਰਮਕ ਕਿਰਿਆ, ਜਿਹਨੂੰ ਕਰਮ ਦੀ ਜ਼ਰੂਰਤ ਹੁੰਦੀ ਹੈ, ਕਰਮ ਆਬਜੈਕਟ। ਠੀਕ ਹੈ, ਇਨਟ੍ਰਾਂਜ਼ਿਟਿਵ ਵਰਬ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਵਰਬ ਵਾਲਾ ਐਕਸ਼ਨ ਜੋ ਵੀ ਸੈਂਟੈਂਸ ਵਿੱਚ ਹੋ ਰਿਹਾ ਹੈ ਉਹ ਆਬਜੈਕਟ 'ਤੇ ਪਾਸ ਔਨ ਨਹੀਂ ਹੁੰਦਾ, ਮਤਲਬ ਉੱਥੇ ਆਬਜੈਕਟ ਦੀ ਲੋੜ ਨਹੀਂ ਹੁੰਦੀ। ਜਿਵੇਂ ਪਹਿਲਾਂ ਆਪਾਂ ਇਹਦੀ ਐਗਜ਼ਾਮਪਲ ਦੇਖਦੇ ਹਾਂ। ਟ੍ਰਾਂਜ਼ਿਟਿਵ ਵਰਬ ਦੀ ਇੱਥੇ ਆਬਜੈਕਟ ਦੀ ਜ਼ਰੂਰਤ ਹੁੰਦੀ ਹੈ, ਸਕਰਮਕ ਕਿਰਿਆ ਹੁੰਦੀ ਹੈ, ਆਬਜੈਕਟ ਦੀ ਜ਼ਰੂਰਤ ਹੁੰਦੀ ਹੈ ਜਦੋਂ ਅਸੀਂ ਵਰਬ ਨੂੰ ਯੂਜ਼ ਕਰ ਰਹੇ ਹਾਂ। ਹੀ ਕਿਲਡ ਅ ਸਨੇਕ। ਹੀ ਕਿਲਡ ਆਬਜੈਕਟ ਕੀ ਹੈ ਅੱਗੇ, ਅ ਸਨੇਕ ਕੀ ਹੈ, ਆਬਜੈਕਟ ਹੈ। ਉਸਨੇ ਮਾਰਿਆ ਕਿਸ ਨੂੰ, ਸਨੇਕ ਨੂੰ। ਸਨੇਕ ਕੀ ਹੋ ਗਿਆ, ਆਬਜੈਕਟ। ਠੀਕ ਹੈ, ਦੇਖੋ ਕਿੱਥੋਂ ਪਤਾ ਚੱਲੂਗਾ, ਹੁਣ ਕਈ ਵਾਰੀ ਕਨਫਿਊਜ਼ ਜਦੋਂ ਤੁਸੀਂ ਹੋ ਜਾਂਦੇ ਤੁਹਾਨੂੰ ਨਹੀਂ ਪਤਾ ਚੱਲਦਾ ਕਿ ਵਰਬ ਟ੍ਰਾਂਜ਼ਿਟਿਵ ਹੈ ਕਿ ਇਨਟ੍ਰਾਂਜ਼ਿਟਿਵ ਹੈ, ਤਾਂ ਤੁਹਾਨੂੰ ਇੱਕ ਜ਼ਰੂਰੀ ਟਿਪ ਦੇ ਦਿੰਦੀ ਹਾਂ ਮੈਂ ਕਿ ਜਦੋਂ ਤੁਸੀਂ ਵਰਬ ਯੂਜ਼ ਕਰ ਲਈ ਉਸ ਤੋਂ ਬਾਅਦ ਦੇਖੋ ਵਰਬ ਹੈ ਜਿਹੜੀ ਵਰਬ ਤੋਂ ਬਾਅਦ ਕੁਐਸਚਨ ਕਰਕੇ ਦੇਖੋ, ਜਿਵੇਂ ਹੀ ਕਿਲਡ ਹੈ ਨਾ, what ਔਰ whom, he killed what ਔਰ whom। ਠੀਕ ਹੈ, ਟ੍ਰਾਂਜ਼ਿਟਿਵ ਵਰਬ ਤੋਂ ਬਾਅਦ ਅਗਰ ਤੁਹਾਨੂੰ ਕੁਐਸਚਨ ਦਾ ਆਨਸਰ ਮਿਲ ਰਿਹਾ ਹੈ what ਔਰ whom, he killed what ਔਰ whom a snake, ਉਸਨੇ ਕਿਸ ਨੂੰ ਮਾਰਿਆ, ਸਨੇਕ ਨੂੰ, ਆਨਸਰ ਮਿਲ ਰਿਹਾ ਸਾਨੂੰ, ਤਾਂ ਉਹ ਵਰਬ ਕੀ ਹੈ, ਟ੍ਰਾਂਜ਼ਿਟਿਵ ਵਰਬ ਹੈ। ਅਗਰ ਜਿਹੜੀ ਇਨਟ੍ਰਾਂਜ਼ਿਟਿਵ ਵਰਬ ਦੇ ਵਿੱਚ ਡਾਇਰੈਕਟ ਆਬਜੈਕਟ ਨਹੀਂ ਯੂਜ਼ ਹੁੰਦਾ, ਡਜ਼ਨਟ ਟੇਕ ਡਾਇਰੈਕਟ ਆਬਜੈਕਟ। ਠੀਕ ਹੈ, ਜਿਵੇਂ ਹੀ ਲਾਫਡ। ਹੁਣ ਦੇਖੋ ਹੀ ਲਾਫਡ ਆਪਣੇ ਆਪ ਵਿੱਚ ਕੰਪਲੀਟ ਸੈਂਟੈਂਸ ਹੈ। ਹੀ ਲਾਫਡ, ਉਹ ਹੱਸਿਆ। ਹੀ ਲਾਫਡ, ਉਹ ਹੱਸਿਆ। ਇਸ ਤੋਂ ਬਾਅਦ ਮੰਨ ਲਓ ਤੁਸੀਂ ਲਾਫਡ ਤੋਂ ਬਾਅਦ ਕੁਐਸਚਨ ਕਰੋ, ਹੀ ਲਾਫਡ what ਜਾਂ ਹੀ ਲਾਫਡ whom, ਕੋਈ ਤੁਕ ਨਹੀਂ ਨਾ ਬਣ ਰਹੀ ਕੁਐਸਚਨ ਦੀ what ਜਾਂ whom ਵਾਲੇ ਦੀ, ਤਾਂ ਇਹ ਸੈਂਟੈਂਸ ਆਪਣੇ ਆਪ ਵਿੱਚ ਕੰਪਲੀਟ ਹੈ। ਜਿਹੜੀ ਲਾਫ ਵਰਬ ਹੈ ਕੀ ਹੈ, ਇਨਟ੍ਰਾਂਜ਼ਿਟਿਵ ਵਰਬ ਹੈ, ਇਟ ਡਜ਼ਨਟ ਟੇਕ ਡਾਇਰੈਕਟ ਆਬਜੈਕਟ। ਠੀਕ ਹੈ, ਅਤੇ ਜਿਹੜੀ ਟ੍ਰਾਂਜ਼ਿਟਿਵ ਵਰਬ ਹੁੰਦੀ ਆ ਉਹਦੇ ਵਿੱਚ ਡਾਇਰੈਕਟ ਆਬਜੈਕਟ ਹੁੰਦਾ ਹੈ। ਜਿਵੇਂ ਹੀ ਕਿਲਡ what, ਹੀ ਕਿਲਡ what, ਉਸਨੇ ਕੀ ਨੂੰ ਮਾਰਿਆ ਜਾਂ ਕਿਸ ਨੂੰ ਮਾਰਿਆ, whom, snake, he killed a snake। ਆਪਾਂ ਹੋਰ ਵੀ ਐਗਜ਼ਾਮਪਲਸ ਲੈ ਰਹੇ ਹਾਂ ਅੱਗੇ ਹੈਲਪਿੰਗ ਵਰਬ, ਟ੍ਰਾਂਜ਼ਿਟਿਵ ਅਤੇ ਇਨਟ੍ਰਾਂਜ਼ਿਟਿਵ ਵਰਬਸ ਦੀਆਂ। ਮੈਨੂੰ ਹੋਪ ਹੈ ਕਿ ਇੱਥੋਂ ਤੱਕ ਤੁਹਾਨੂੰ ਸਮਝ ਆ ਗਿਆ ਹੋਵੇਗਾ ਪਹਿਲਾਂ ਕਿ ਜਿਹੜੀ ਵਰਬ ਕੀ ਹੁੰਦੀ ਹੈ, ਉਹ ਕੀ ਡਿਸਕ੍ਰਾਈਬ ਕਰਦੀ ਹੈ। ਵਰਬ ਐਕਸ਼ਨ ਵਰਡ ਹੈ ਜਾਂ ਸਟੇਟ ਆਫ ਬੀਇੰਗ ਦੱਸਦੀ ਹੈ, ਐਗਜ਼ਿਸਟੈਂਸ ਦੱਸਦੀ ਹੈ ਸਾਨੂੰ। ਠੀਕ ਹੈ, ਕੀ ਐਕਸ਼ਨ ਹੋ ਰਿਹਾ ਉਹ ਦੱਸਦੀ ਹੈ ਸਾਨੂੰ, ਜਾਂ ਹੋਰ ਸਿੰਪਲ ਵਰਡਸ ਦੇ ਵਿੱਚ ਜਿਹੜਾ ਸਬਜੈਕਟ ਹੈ, ਕਰਤਾ ਹੈ। ਸਬਜੈਕਟ ਕਿਹੜਾ ਹੁੰਦਾ ਹੈ, ਇਹਦੇ 'ਚ ਸਬਜੈਕਟ ਕੀ ਹੈ, ਹੀ ਕੀ ਹੈ, ਸਬਜੈਕਟ ਹੈ। ਇਹਦੇ 'ਚ ਸਬਜੈਕਟ ਕੀ ਹੈ, ਹੀ, ਕੰਮ ਕਰਨ ਵਾਲਾ, ਜੋ ਵੀ ਐਕਸ਼ਨ ਕਰ ਰਿਹਾ ਹੈ। ਠੀਕ ਹੈ, ਉਹ ਕੀ ਐਕਸ਼ਨ ਕਰ ਰਿਹਾ ਹੈ। ਠੀਕ ਹੈ, ਜਾਂ ਉਹਦੀ ਸਟੇਟ ਆਫ ਬੀਇੰਗ ਕੀ ਆ, ਉਹ ਕੀ ਹੈ। ਜਿਵੇਂ ਹੀ ਇਜ਼ ਐਕਟਿਵ ਵਾਲੀ ਐਗਜ਼ਾਮਪਲ ਦਿੱਤੀ ਸੀ ਮੈਂ, ਹੀ ਇਜ਼ ਐਕਟਿਵ, ਇਹਦੇ 'ਚ ਸਟੇਟ ਆਫ ਬੀਇੰਗ ਦੱਸ ਰਿਹਾ ਉਹ। ਠੀਕ ਹੈ, ਸੋ ਵਰਬ ਸਾਨੂੰ ਸਬਜੈਕਟ ਦੇ ਬਾਰੇ 'ਚ ਦੱਸਦੀ ਹੈ ਕਿ ਸਬਜੈਕਟ ਕੀ ਕਰਦਾ ਹੈ ਅਤੇ ਉਹ ਕੀ ਹੈ। ਠੀਕ ਹੈ, ਦੂਸਰੀ ਗੱਲ ਐਕਸ਼ਨ ਔਰ ਸਟੇਟ ਆਫ ਬੀਇੰਗ ਦੱਸਦੀ ਹੈ। ਹੁਣ ਇਸ ਤੋਂ ਬਾਅਦ ਆਪਾਂ ਥੋੜ੍ਹੀਆਂ ਜਿਹੀਆਂ ਹੋਰ ਐਗਜ਼ਾਮਪਲਸ ਲੈਂਦੇ ਹਾਂ ਜਿੱਥੋਂ ਤੁਹਾਨੂੰ ਬਿਲਕੁਲ ਕ੍ਰਿਸਟਲ ਕਲੀਅਰ ਹੋ ਜਾਏਗਾ ਕਿ ਵਰਬ, ਟ੍ਰਾਂਜ਼ਿਟਿਵ ਵਰਬ ਅਤੇ ਇਨਟ੍ਰਾਂਜ਼ਿਟਿਵ ਵਰਬ ਕੀ ਹੁੰਦੀ ਹੈ,
ਤੇ ਹੈਲਪਿੰਗ ਵਰਬ ਤੇ ਮੇਨ ਵਰਬ ਕੀ ਹੁੰਦੀ ਹੈ, ਠੀਕ ਹੈ। ਟ੍ਰਾਂਜ਼ਿਟਿਵ ਵਰਬ ਨੂੰ ਪੰਜਾਬੀ ਵਿੱਚ ਸਕਰਮਕ ਕਿਰਿਆ ਕਹਿੰਦੇ ਆ, ਇਨਟ੍ਰਾਂਜ਼ਿਟਿਵ ਵਰਬ ਨੂੰ ਪੰਜਾਬੀ ਵਿੱਚ ਅਕਰਮਕ ਕਿਰਿਆ ਕਹਿੰਦੇ ਆ ਅਸੀਂ, ਤੇ ਹੈਲਪਿੰਗ ਵਰਬ ਨੂੰ ਸਹਾਇਕ ਕਿਰਿਆ ਤੇ ਮੇਨ ਵਰਬ ਨੂੰ ਮੁੱਖ ਕਿਰਿਆ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਹੁਣ ਅਸੀਂ ਥੋੜ੍ਹੀਆਂ ਜਿਹੀਆਂ ਹੋਰ ਐਗਜ਼ਾਮਪਲਸ ਲੈਂਦੇ ਹਾਂ। ਹਾਂਜੀ, ਇੱਧਰ ਪਹਿਲਾਂ ਅਸੀਂ ਦੇਖਾਂਗੇ ਕਿ ਜਿਹੜਾ ਟ੍ਰਾਂਜ਼ਿਟਿਵ ਵਰਬ ਤੇ ਇਨਟ੍ਰਾਂਜ਼ਿਟਿਵ ਵਰਬ ਦੀਆਂ ਐਗਜ਼ਾਮਪਲਸ ਦੇਖਦੇ ਹਾਂ ਅਸੀਂ। ਸਭ ਤੋਂ ਪਹਿਲਾਂ ਹੀ ਆਸਕਡ ਅ ਕੁਐਸਚਨ। ਪਹਿਲਾਂ ਤਾਂ ਇਹ 'ਚ ਵਰਬ ਕਿਹੜੀ ਹੈ, ਵਰਬ ਕੀ ਹੈ ਇਹਦੇ 'ਚ, ਆਸਕਡ। ਆਸਕਡ ਕੀ ਹੈ, ਵਰਬ ਹੈ। ਤਾਂ ਵਰਬ ਕਿਵੇਂ ਪਤਾ ਚੱਲੇ ਸਾਨੂੰ ਇਹ ਟ੍ਰਾਂਜ਼ਿਟਿਵ ਵਰਬ ਹੈ ਕਿ ਇਨਟ੍ਰਾਂਜ਼ਿਟਿਵ ਵਰਬ ਹੈ। ਅਸੀਂ ਕੀ ਕਰਾਂਗੇ, ਹੀ ਆਸਕਡ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕੁਐਸਚਨ ਕਰਾਂਗੇ, ਹੀ ਆਸਕਡ what or whom, he asked what, he asked a question। ਤਾਂ question ਇਹਦੇ 'ਚ ਕੀ ਹੈ, object ਹੈ। ਤਾਂ ਜਿਹੜੀ verb ਨੂੰ object ਦੀ ਲੋੜ ਹੁੰਦੀ ਹੈ ਤਾਂ ਉਹ verb ਕਿਹੜੀ ਹੁੰਦੀ ਹੈ, transitive verb। ਤਾਂ asked ਕਿਹੜੀ verb ਹੋਗੀ, transitive verb ਹੋਗੀ, ਠੀਕ ਹੈ। I drank tea, ਮੈਂ ਪੀਤਾ ਜਾਂ ਪੀਤੀ what, tea। what ਦਾ ਆਨਸਰ ਸਾਨੂੰ ਮਿਲ ਰਿਹਾ ਤਾਂ ਡਰੈਂਕ ਵੀ ਕੀ ਹੋਗੀ, ਟ੍ਰਾਂਜ਼ਿਟਿਵ ਵਰਬ ਹੋਗੀ, ਤੇ ਟੀ ਇੱਕ ਆਬਜੈਕਟ ਹੈ, ਠੀਕ ਹੈ। ਤੇ ਹੀ ਕੀ ਹੈ, ਸਬਜੈਕਟ ਹੈ, ਆਈ ਵੀ ਕੀ ਹੈ, ਸਬਜੈਕਟ ਹੈ। ਨੈਕਸਟ, ਸ਼ੀ ਕੇਮ ਯੈਸਟਰਡੇ। ਹੁਣ ਦੇਖੋ ਧਿਆਨ ਨਾਲ, ਸ਼ੀ ਕੇਮ ਯੈਸਟਰਡੇ, ਸ਼ੀ ਕੇਮ, ਅਸੀਂ ਕੁਐਸਚਨ ਕਰਾਂਗੇ ਸ਼ੀ ਕੇਮ what ਔਰ whom। ਸਾਨੂੰ ਲੋੜ ਨਹੀਂ ਪੈ ਰਹੀ ਆਨਸਰ ਦੀ, ਜਾਂ ਇੱਥੇ ਆਬਜੈਕਟ ਦੀ ਲੋੜ ਨਹੀਂ ਹੈਗੀ। ਸ਼ੀ ਕੇਮ, ਉਹ ਆਇਆ, ਉਹ ਕੱਲ੍ਹ ਆਈ, ਗੱਲ ਖਤਮ, ਠੀਕ ਹੈ। ਸ਼ੀ ਕੇਮ ਯੈਸਟਰਡੇ, ਉਹ ਆਈ, ਸਾਨੂੰ ਕੋਈ ਆਬਜੈਕਟ ਦੀ ਲੋੜ ਨਹੀਂ ਪਈ। ਇਹ ਕੇਮ ਜਾਂ ਕਮ ਕੀ ਇਹ ਕਿਹੜੀ ਵਰਬ ਹੋਗੀ, ਇਨਟ੍ਰਾਂਜ਼ਿਟਿਵ ਵਰਬ ਹੋਗੀ, ਜਿਹਨੂੰ ਕਿ ਆਬਜੈਕਟ ਦੀ ਲੋੜ ਨਹੀਂ ਹੈਗੀ, ਇਨਟ੍ਰਾਂਜ਼ਿਟਿਵ ਵਰਬ ਹੈ, ਠੀਕ ਹੈ। ਨੈਕਸਟ, ਬਰਡਸ ਫਲਾਈ। ਇਹ ਵੀ ਫਲਾਈ ਵੀ ਕੀ ਹੈ, ਪੰਛੀ ਉੱਡਦੇ ਹਨ, ਆਪਣੇ ਆਪ ਵਿੱਚ ਕੰਪਲੀਟ ਸੈਂਟੈਂਸ ਹੈ। ਜੇ ਅਸੀਂ ਕਹਾਂਗੇ ਬਰਡਸ ਫਲਾਈ what ਔਰ whom, ਆਨਸਰ ਮਤਲਬ ਆਬਜੈਕਟ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਵੀ, ਤਾਂ ਫਲਾਈ ਵੀ ਕੀ ਹੋ ਗਿਆ, ਇਨਟ੍ਰਾਂਜ਼ਿਟਿਵ ਵਰਬ ਹੋਗੀ, ਇਨਟ੍ਰਾਂਜ਼ਿਟਿਵ, ਠੀਕ ਹੈ। ਦ ਟੀਚਰ ਟੋਲਡ ਅ ਸਟੋਰੀ, ਦ ਟੀਚਰ ਟੋਲਡ ਅ ਸਟੋਰੀ, ਟੀਚਰ ਟੋਲਡ what ਔਰ whom, ਟੀਚਰ ਟੋਲਡ what ਦਾ ਆਨਸਰ ਸਾਨੂੰ ਮਿਲ ਰਿਹਾ ਹੈ, ਟੀਚਰ ਟੋਲਡ what, ਸਟੋਰੀ। ਟੀਚਰ ਨੇ ਕੀ ਸੁਣਾਇਆ, ਇੱਕ ਸਟੋਰੀ। ਤਾਂ ਸਟੋਰੀ ਆਬਜੈਕਟ ਹੈ, ਟੋਲਡ ਕੀ ਹੈ, ਟ੍ਰਾਂਜ਼ਿਟਿਵ ਵਰਬ ਹੈ, ਟ੍ਰਾਂਜ਼ਿਟਿਵ ਵਰਬ। ਸਟੋਰੀ ਟੋਲਡ ਕੀ ਹੋ ਗਿਆ ਜੀ, ਟ੍ਰਾਂਜ਼ਿਟਿਵ ਵਰਬ। ਟੋਲਡ ਸੈਕਿੰਡ ਫਾਰਮ ਹੈ, ਟੈਲ ਫਸਟ ਫਾਰਮ ਆਫ ਵਰਬ ਹੈ। ਦੇਖੋ ਫਾਰਮਸ ਆਫ ਵਰਬ ਵੀ ਬਹੁਤ ਇੰਪੋਰਟੈਂਟ ਹੈ, ਇਹ ਵੀ ਤੁਸੀਂ ਮਤਲਬ ਤੁਹਾਨੂੰ ਯਾਦ ਕਰਨੀਆਂ ਪੈਣਗੀਆਂ ਇੱਕ ਤਰ੍ਹਾਂ ਨਾਲ, ਤਾਂ ਕਿ ਟੈਂਸ ਜਦੋਂ ਤੁਸੀਂ ਕਰੋ ਤਾਂ ਤੁਹਾਨੂੰ ਈਜ਼ੀ ਰਵੇ, ਠੀਕ ਹੈ। ਹੀ ਈਟਸ ਬ੍ਰੈਡ, ਹੀ ਈਟਸ what, ਬ੍ਰੈਡ। ਤਾਂ ਈਟ ਕਿਹੜੀ ਵਰਬ ਹੋਗੀ, ਟ੍ਰਾਂਜ਼ਿਟਿਵ ਵਰਬ ਹੋਗੀ, ਟ੍ਰਾਂਜ਼ਿਟਿਵ ਵਰਬ। ਬ੍ਰੈਡ ਕੀ ਹੋ ਗਿਆ, ਆਬਜੈਕਟ, ਠੀਕ ਹੈ। ਹੁਣ ਸਾਨੂੰ ਪਤਾ ਚੱਲ ਗਿਆ ਕਿ ਟ੍ਰਾਂਜ਼ਿਟਿਵ ਵਰਬ ਕਿਹੜੀ ਹੁੰਦੀ ਹੈ, ਇਨਟ੍ਰਾਂਜ਼ਿਟਿਵ ਵਰਬ ਕਿਹੜੀ ਹੁੰਦੀ ਹੈ, ਜਾਂ ਸਕਰਮਕ ਕਿਰਿਆ ਜਾਂ ਅਕਰਮਕ ਕਿਰਿਆ ਕਿਹੜੀ ਹੁੰਦੀ ਹੈ, ਠੀਕ ਹੈ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਜੀ ਮੇਨ ਵਰਬ ਤੇ ਹੈਲਪਿੰਗ ਵਰਬ। ਮੇਨ ਵਰਬ ਤਾਂ ਸਾਰੀਆਂ ਮੇਨ ਵਰਬਸ ਹੀ ਹੈ, ਇਹ ਸਾਰੀਆਂ ਮੇਨ ਵਰਬਸ ਹੈ। ਉਹ ਹੈਲਪਿੰਗ ਵਰਬ ਕਦੋਂ ਬਣ ਜਾਂਦੀ ਹੈ, ਜਦੋਂ ਉਹ ਮੇਨ ਵਰਬ ਦੀ ਹੈਲਪ ਕਰਦੀ ਹੈ। ਮੇਨ ਵਰਬ ਅਲੱਗ ਤੋਂ ਉਹਦੀ ਮਤਲਬ ਮੀਨਿੰਗ ਹੁੰਦਾ ਹੈ, ਅਤੇ ਹੈਲਪਿੰਗ ਵਰਬ ਦਾ ਅਲੱਗ ਤੋਂ ਸੈਂਟੈਂਸ ਕੰਪਲੀਟ ਕਰਨ ਲਈ ਹੈਲਪਿੰਗ ਵਰਬ ਜਿਹੜਾ ਹੈਲਪ ਕਰਦਾ, ਠੀਕ ਹੈ। ਜਿਵੇਂ ਸ਼ੀ ਇਜ਼ ਪੇਂਟਿੰਗ ਅ ਪਿਕਚਰ, ਇਹ 'ਚ ਮੇਨ ਵਰਬ ਕੀ ਹੈ, ਪੇਂਟ, ਪੇਂਟ, ਤੇ ਹੈਲਪਿੰਗ ਵਰਬ ਕੀ ਹੈ, ਇਜ਼, ਠੀਕ ਹੈ। ਮੀਰਾ ਹੈਜ਼ ਸੰਗ ਅ ਸੌਂਗ, ਸੰਗ ਥਰਡ ਫਾਰਮ ਹੈ, ਸਿੰਗ ਫਸਟ ਫਾਰਮ ਹੈ, ਤਾਂ ਇਹ ਮੇਨ ਵਰਬ ਹੋ ਗਈ, ਮੇਨ ਵਰਬ। ਇਹਦੇ 'ਚ ਇਹ ਸੀਗੀ ਮੇਨ ਵਰਬ, ਇਹ ਹੈਲਪਿੰਗ ਵਰਬ ਸੀ, ਇਹਦੇ 'ਚ ਹੈਜ਼ ਕੀ ਹੈ, ਹੈਲਪਿੰਗ ਵਰਬ ਹੈ, ਠੀਕ ਹੈ। ਦ ਬॉयਜ਼ ਹੈਵ ਟੇਕਨ ਦੇਅਰ ਫੂਡ, ਦ ਬॉयਜ਼ ਹੈਵ ਟੇਕਨ ਦੇਅਰ ਫੂਡ, ਇਹ 'ਚ ਹੈਵ ਕੀ ਹੈ, ਹੈਲਪਿੰਗ ਵਰਬ ਹੈ, ਤੇ ਟੇਕਨ ਕੀ ਹੈ, ਮੇਨ ਵਰਬ ਹੈ। ਟੇਕ, ਟੁਕ, ਟੇਕਨ। ਜਿਹੜਾ ਹੈਵ ਹੈ ਉਹ ਮੇਨ ਵਰਬ ਦੇ ਤੌਰ 'ਤੇ ਵੀ ਯੂਜ਼ ਹੋ ਜਾਂਦਾ ਹੈ,
ਜਿਹੜਾ ਆਪਾਂ ਡੂ ਕੀਤਾ ਸੀਗਾ ਥੋੜੀ ਦੇਰ ਪਹਿਲਾਂ, ਡੂ ਵੀ ਹੈ ਜਿਹੜਾ ਮੇਨ ਹੈਲਪਿੰਗ ਵਰਬ ਲਈ ਵੀ ਯੂਜ਼ ਹੋ ਜਾਂਦਾ ਹੈ ਤੇ ਮੇਨ ਵਰਬ ਲਈ ਵੀ ਯੂਜ਼ ਹੋ ਜਾਂਦਾ ਹੈ। ਹੈਵ ਵੀ ਹੈ, ਮੇਨ ਵਰਬ ਲਈ ਵੀ ਯੂਜ਼ ਹੋ ਜਾਂਦਾ ਹੈ ਤੇ ਹੈਲਪਿੰਗ ਵਰਬ ਲਈ ਵੀ ਯੂਜ਼ ਹੋ ਜਾਂਦਾ, ਠੀਕ ਹੈ। ਹੀ ਵਾਜ਼ ਅ ਗੁੱਡ ਸਟੂਡੈਂਟ, ਹੁਣ ਦੇਖੋ ਇਹਦੇ 'ਚ ਲੈਕਸੀਕਲ ਵਰਬ ਕੋਈ ਨਹੀਂ ਹੈਗੀ, ਲੈਕਸੀਕਲ ਵਰਬ ਕੋਈ ਨਹੀਂ ਹੈਗੀ, ਇਹਦੇ 'ਚ ਕੀ ਹੈ, ਹੈਲਪਿੰਗ ਵਰਬ ਇੱਕ ਤਰ੍ਹਾਂ ਦਾ, ਤੇ ਇਹੀ ਮੇਨ ਵਰਬ ਦਾ ਕੰਮ ਕਰ ਰਿਹਾ ਹੈ। ਵਾਜ਼ ਵਰਡ ਹੀ ਇਹਦੇ ਵਿੱਚ ਕਾਹਦਾ ਕੰਮ ਕਰ ਰਿਹਾ ਹੈ, ਮੇਨ ਵਰਬ ਦਾ ਕੰਮ ਕਰ ਰਿਹਾ ਹੈ। ਹੀ ਵਾਜ਼ ਅ ਗੁੱਡ ਸਟੂਡੈਂਟ। ਸਟੇਟ ਆਫ ਬੀਇੰਗ ਵਾਲੀ ਕੰਡੀਸ਼ਨ ਇਹਦੇ 'ਚ ਕੰਪਲੀਟ ਹੋ ਰਹੀ ਹੈ। ਸਟੇਟ ਆਫ ਬੀਇੰਗ ਦੱਸ ਰਿਹਾ ਕਿ ਉਹ ਕੀ ਹੈ, ਕੀ ਹੈ, ਗੁੱਡ ਸਟੂਡੈਂਟ ਸੀ, ਉਹ ਕੀ ਸੀ, ਗੁੱਡ ਸਟੂਡੈਂਟ ਸੀ। ਦੇ ਆਰ ਗੁੱਡ ਫਰੈਂਡਸ, ਹੁਣ ਇਹਦੇ ਵਿੱਚ ਵੀ ਸਟੇਟ ਆਫ ਬੀਇੰਗ ਵਾਲੀ ਕੰਡੀਸ਼ਨ ਲੱਗ ਰਹੀ ਹੈ। ਦੇ ਆਰ ਗੁੱਡ ਫਰੈਂਡਸ, ਉਹ ਕੀ ਹਨ, ਗੁੱਡ ਫਰੈਂਡਸ। ਸਟੇਟ ਆਫ ਬੀਇੰਗ। ਬॉयਜ਼ ਰਨ ਫਾਸਟ, ਆਰ ਵੀ ਇਹਦੇ 'ਚ ਕੀ ਸੀਗਾ, ਹੈਲਪਿੰਗ ਵਰਬ। ਬॉयਜ਼ ਇਹ 'ਚ ਮੇਨ ਵਰਬ ਕੋਈ ਨਹੀਂ ਸੀਗਾ, ਮਤਲਬ ਲੈਕਸੀਕਲ ਵਰਬ ਨਹੀਂ ਸੀਗਾ, ਹੈਲਪਿੰਗ ਵਰਬ ਸੀਗਾ। ਹੈਲਪਿੰਗ ਵਰਬ ਹੀ ਮੇਨ ਵਰਬ ਦਾ ਕੰਮ ਕਰ ਰਿਹਾ ਇੱਥੇ। ਬॉयਜ਼ ਰਨ ਫਾਸਟ, ਹੁਣ ਇਹਦੇ ਵਿੱਚ ਰਨ ਕੀ ਹੈ, ਮੇਨ ਵਰਬ ਹੈ। वर्ब फास्ट एडजैक्टिव है, बॉयज़ सब्जेक्ट है, और नाउन भी कह सकते हैं इनू। रन मेन वर्ब है, और रन होर की है, जे असी ट्रांजिटिव ते इनट्रांजिटिव दे पॉइंट ऑफ व्यू तो देखिए तो रन की है, इनट्रांजिटिव वर्ब भी है, इनट्रांजिटिव वर्ब भी है रन, इनू ऑब्जेक्ट की लोड़ नहीं हैगी सी इत्थे। सो मैनू उम्मीद है कि वर्ब वाला टॉपिक है जिहड़ा तुहानू क्लीयर हो गया इन्ना कि ट्रांजिटिव वर्ब किहड़ी हुंदी है, इनट्रांजिटिव, हैल्पिंग ते मेन। इस तो बाद आपां नॉन फिनाइट जिहड़ा फिनाइट वर्ब्स ते नॉन फिनाइट वर्ब्स, रैगूलर वर्ब्स ते इररैगूलर वर्ब्स बारे देखांगे। उस तो पहला एक गल होर कहनी चाहूँगी कि चैनल नू सबसक्राइब कर दिया करो तो वीडियो नू लाइक भी कर दिया करो। थैंक यू, हैव अ ग्रेट टाइम।